बोले सोने हाल सास भी अकाल। सतनाम श्री वाहिगुरु जी। संता संगत पाइए जित जम के पंथ न जाइए। संता संगत पाइए जित जम के पंथ न जाइए। तो सा हर का नाम ले तेरे कुल है न लागे गाल जियो। सगल द्वार को छाड़ के गयो तुहारो द्वार। बाहें गहे की लाज अस गोबिंद दास तुहार। बाहें गहे की लाज अस गोबिंद दास तुहार। कोट ब्रह्मंडां दे मालक जुगो जुगे अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। फतेह दा जवाब फतेह विच दिओ। बोलो जी वाहिगुरु जी का खालसा वाहिगुरु जी की फतेह। अज आपां सारे गुरुद्वारा पातशाही नौमी कनकवाल भंगूआ विखे दमदमी टकसाल दे समूह विद्यार्थियों वालों ये जो समागम लिखिया गया है इथों दे गुरमत विद्यालय के मुख प्रबंधक ज्ञानी अमरजीत सिंह जी मर्यादा तिन्हां दे उद्यम का सदका देश विदेश अते इलाका निवासी साध संगत के सहयोग नाल दसवें पातशाह धन धन श्री गुरु गोबिंद सिंह साहब जी कलगीधर तिन्हां दे अवतार प्रकाश गुरपुरब की खुशी दे विच ਅਤੇ ਦਮਦਮੀ ਟਕਸਾਲ ਦੇ ਮਹਾਂਪੁਰਖ ਸੰਤ ਗਿਆਨੀ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਦੇ ਵਿੱਚ ਇਹ 3 ਰੋਜ਼ਾ ਗੁਰਮਤਿ ਸਮਾਗਮ ਲਿਖਿਆ ਗਿਆ ਸੀ ਜਿਸ ਦੇ ਤਹਿਤ ਪਰਸੋਂ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਮੀਂਹ ਕਣੀ ਦੇ ਬਾਵਜੂਦ ਵੀ बड़े उत्साह नाल नगर कीर्तन सजाया गया। कल बाबा जी की बरसी के संबंध विच गुरमत विचारा हुईयां ਅਤੇ ਅੱਜ
ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਆਪ ਜੁੜ ਮਿਲ ਬੈਠ ਕੇ ਹਾਜ਼ਰੀਆਂ ਲਵਾ ਰਹੇ ਹੋ। ਦਾਸ ਤੋਂ ਪਹਿਲਾਂ ਰਾਗੀ ਜਥੇ ਦੀ ਰਸਨਾ ਤੋਂ ਆਪ ਨੇ ਦਸਮ ਬਾਣੀ ਤੇ ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀਓ, ਮਹਾਰਾਜ ਦਾ ਬਚਨ ਹੈ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਜੋ ਹਰੀ ਦੇ ਦਾਸਾਂ ਦੀ, ਹਰੀ ਦੇ ਪਿਆਰਿਆਂ ਦੀ ਉਸਤਤੀ ਹੈ, ਉਹ ਹਰੀ ਅਕਾਲ ਪੁਰਖ ਦੀ ਆਪਣੀ ਹੀ ਵਡਿਆਈ ਹੈ। ਵਾਹਿਗੁਰੂ ਜੀ ਨੂੰ ਵਡਿਆਈ ਤਾਂ ਆਪਣੀ ਭਾਉਂਦੀ ਹੈ, ਪਰ ਜੈ ਜੈਕਾਰ ਉਸਤਤ ਆਪ ਦੇ ਪਿਆਰਿਆਂ ਦੀ ਕਰਾਉਂਦਾ ਹੈ। ਇਸ ਲਈ ਜੋ ਮਹਾਂਪੁਰਖ ਬ੍ਰਹਮ ਗਿਆਨੀਆਂ ਦੇ ਜੀਵਨ ਦੀ ਜੋ ਝਲਕ ਮਾਤਰ ਨਿਗਾਹ ਮਾਰਨੀ ਹੈ, ਉਹਨਾਂ ਦੀ ਉਸਤਤੀ ਕਰਨੀ ਹੈ, ਇਹਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਖੁਸ਼ੀ ਮਿਲਦੀ ਹੈ। ਬਾਕੀ ਅਸੀਂ ਲੋਕ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕਰਦੇ ਰਹੇ ਹਾਂ। ਇਸ ਲਈ ਉਹਨਾਂ ਦੇ ਚਰਨਾਂ ਦੀ ਮੌਜ ਮਾਣੀ ਹੈ, ਉਹਨਾਂ ਤੋਂ ਬਖਸ਼ਿਸ਼ਾਂ ਲਈਆਂ ਨੇ। ਸਾਡਾ ਫਰਜ਼ ਵੀ ਬਣਦਾ ਹੈ, ਜਿੱਥੇ ਜਿੱਥੇ ਵੀ ਕੋਈ ਹੈ, ਕੈਨੇਡਾ, ਅਮਰੀਕਾ, ਇੰਗਲੈਂਡ, ਇੱਥੇ ਇੰਡੀਆ ਦੇ ਵਿੱਚ, ਸਾਰੇ ਹੀ ਉਹਨਾਂ ਮਹਾਂਪੁਰਖਾਂ ਦੀ ਯਾਦ ਮਨਾਉਂਦੇ ਨੇ। ਇਹ ਗਿਆਨੀ ਅਮਰਜੀਤ ਸਿੰਘ ਜੀ ਮਰਜ਼ਾਦਾ, ਇਹਦੇ ਨਾਲ ਤਾਂ ਬੜਾ ਪਿਆਰ ਹੁੰਦਾ ਸੀ ਮਹਾਂਪੁਰਖਾਂ ਦਾ। ਇਹ ਦਿਨੇ ਵੀ ਤੇ ਰਾਤ ਵੀ ਉੱਥੇ ਹਾਜ਼ਰ ਰਹਿੰਦੇ, ਗੜਵਈ ਦੀ ਸੇਵਾ ਕਰਦੇ। ਮੈਂ ਤਾਂ ਇਹ ਸਮਝਦਾ ਕਿ ਬਾਬਾ ਜੀ ਜੋ ਵੀ ਕੁਛ ਆਪਣਾ ਸੀ, ਜੋ ਖਾਣਾ ਦਾਣਾ ਲੀੜਾ ਕੱਪੜਾ ਜਿਸ ਤਰ੍ਹਾਂ ਉਹ ਆਪਦੇ ਹੱਥਾਂ ਨਾਲ ਵਰਤਾਉਂਦੇ ਮੈਂ ਵੇਖਦਾ ਰਿਹਾ, ਉਹ ਸਾਰਾ ਕੁਝ ਹੀ ਇੱਥੇ ਦੇ ਗਏ। ਮਾਫ ਕਰਨਾ, ਉਹ ਤਾਂ ਬੜੇ ਵਿਸ਼ਾਲ ਸੀਗੇ। ਜਿੱਥੇ ਜਿੱਥੇ ਵੀ ਕੋਈ ਹੈ, ਉੱਥੇ ਉੱਥੇ ਖੁਸ਼ਹਾਲੀ ਦੇ ਵਿੱਚ ਹੈ। ਪਰ ਜੋ ਬਾਬਾ ਜੀ ਦੇ ਕੋਲ ਵੇਖਦੇ ਰਹੇ, ਉਹੀ ਕੁਝ ਇੱਥੇ ਦਰਸ਼ਨ ਹੋ ਰਹੇ ਨੇ। ਇਹ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਹੈ। ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਕੋਈ ਉੱਚਾ ਨੀਵਾਂ ਬਚਨ ਕਰਨਾ, ਮਹਾਂਪੁਰਖਾਂ ਨੇ ਸਾਨੂੰ ਝਿੜਕਣਾ, ਕਹਿਣਾ ਇੰਜ ਨਹੀਂ ਕਰੀਦਾ। ਇਹ ਕਲਗੀਧਰ ਮਹਾਰਾਜ ਦੀ ਫੌਜ ਹੈ। ਇਹ ਸਾਰੇ ਉਦੋਂ ਛੋਟੇ ਛੋਟੇ ਸੀ, ਅਣਦਾੜੀਏ। ਕਹਿੰਦੇ ਬੱਚੇ ਨਹੀਂ, ਭੁਜੰਗੀ ਨਹੀਂ। ਆ ਸਾਹਮਣੇ ਭਾਈ ਨਿਰਮਲ ਸੋਹਣੀ ਬੈਠੇ ਨੇ, ਇਹਨਾਂ ਦੇ ਭੁਜੰਗੀ ਕੈਨੇਡਾ ਦੇ ਵਿੱਚ ਹਨ। ਉਹ ਵੀ ਅਣਦਾੜੀਏ, ਕਹਿਣਾ ਇਹਨਾਂ ਨੂੰ ਕੁਛ ਨਹੀਂ ਕਹਿਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਹੈ। ਔਰ ਜਿਹਦੇ 'ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੋਵੇ, ਉਹੀ ਟਮਟਮੇ ਟਕਸਾਲ ਵਿੱਚ ਆਉਂਦਾ ਹੈ। ਇਸ ਲਈ ਇੱਕ ਦੂਜੇ ਨਾਲ ਪਿਆਰ ਨਾਲ ਰਿਹਾ ਕਰੋ। ਛੋਟੇ ਛੋਟੇ ਬੱਚਿਆਂ ਨੇ ਇਹਨਾਂ ਪਿਆਰ ਕਰਦੇ। ਅੱਜ ਮੈਂ ਵੇਖਦਾ ਵੀ ਉਹ ਕਿਉਂ ਪਿਆਰ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਵੱਡੇ ਹੋ ਕੇ ਵੇਖੋ ਕਿੰਨੀਆਂ ਸੰਗਤਾਂ ਜੋੜੀਆਂ ਨੇ, ਕਿੰਨਾ ਵੱਡਾ ਪੰਡਾਲ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ 3 ਦਿਨਾਂ ਦੇ ਵਿੱਚ ਜੇ ਲੰਗਰ 'ਚ ਵੇਖੋ, ਲੰਗਰ 'ਚ ਜਿਹੜੀ ਸੰਗਤ ਹੈ ਉਨੀ ਅੰਦਰ ਹੈ, ਉਨੀ ਗੇਟ ਅੱਗੇ ਖੜੀ ਹੈ। ਦੀਵਾਨ ਦੇ ਵਿੱਚ ਵੀ ਬੜੀਆਂ ਰੌਣਕਾਂ ਨੇ। ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ, ਉਹਨਾਂ ਸੰਤਾਂ ਦੀ ਬਖਸ਼ਿਸ਼ ਹੈ। ਬਾਬਾ ਠਾਕੁਰ ਸਿੰਘ ਸਾਹਿਬ ਜੀ ਜਿਹੜੇ ਪੂਰਨ ਬ੍ਰਹਮ ਗਿਆਨੀ, ਉਹਨਾਂ ਵਿੱਚ ਇੱਕ ਗੁਣ ਸੀਗਾ ਕਿ ਉਹ ਬਹੁਤ ਘੱਟ ਬੋਲਦੇ ਸੀ। ਬੋਲ ਹਰ ਨਾਮ ਸਫਲ ਸਾ ਕਰੀ। ਜਾਂ ਦੇ ਬਾਣੀ ਦਾ ਨਿਤਨੇਮ ਕਰਦੇ ਤੇ ਜਾਂ ਸੁਣਦੇ ਰਹਿੰਦੇ। ਜੇ ਕਿਸੇ ਨੇ ਮਿਲਣ ਜਾਣਾ
ਤੇ ਵਿੱਚੋਂ ਬਾਣੀ ਰੋਕ ਕੇ 2 ਮਿੰਟ 4 ਮਿੰਟ ਉਹਦੀ ਬੇਨਤੀ ਸੁਣਨੀ, ਉਹਦਾ ਜਵਾਬ ਦੇ ਕੇ ਦੁਬਾਰਾ ਤੋਂ ਫਿਰ ਸਿੰਘ ਨੂੰ ਕਹਿਣਾ ਕਿ ਤੂੰ ਬਾਣੀ ਪੜ੍ਹ। ਇਹੋ ਜਿਹੇ ਮਹਾਂਪੁਰਖ ਘੱਟ ਹੀ ਮਿਲਦੇ ਨੇ। ਸਾਰ ਕਿਤਾਬਲੀ ਦੇ ਕਰਤਾ ਕਵੀ ਹਰਦਿਆਲ ਜੀ ਨੇ ਲਿਖਿਆ, ਕਹਿੰਦੇ ਗਿਰ ਗਿਰ ਮੈਂ ਮਾਨਕ ਨਹੀਂ, ਗੱਜ ਗੱਜ ਮੋਤੀ ਨਾਹੀਂ। ਹਰੇਕ ਪਹਾੜ ਦੇ ਵਿੱਚ ਮਾਨਕ ਨਹੀਂ ਹੁੰਦਾ, ਹਰੇਕ ਹਾਥੀ ਦੇ ਮੱਥੇ ਵਿੱਚ ਮੋਤੀ ਨਹੀਂ ਹੁੰਦਾ। ਇਸੇ ਤਰ੍ਹਾਂ ਚੰਦਨ ਤਰ ਬਨ ਬਨ ਨਹੀਂ। ਚੰਦਨ ਦਾ ਬ੍ਰਿਕਸ਼ ਹਰੇਕ ਜੰਗਲ ਦੇ ਵਿੱਚ ਅਵੇਲੇਬਲ ਨਹੀਂ ਹੈ। ਸੰਤ ਨ ਪੁਰ ਪੁਰ ਮਾਹੇ, ਜਿਹੜੇ ਸੰਤ ਨੇ ਉਹ ਹਰੇਕ ਨਗਰ ਹਰੇਕ ਸ਼ਹਿਰ ਦੇ ਵਿੱਚ ਨਹੀਂ ਮਿਲਦੇ। ਹੈਨ ਬਿਰਲੇ ਨਾਹੀ ਕਨੇ, ਫੈਲ ਫਕੜ ਸੰਸਾਰ। ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਜੋ ਜਨਮ ਸੀ ਉਹ ਪਾਕਿਸਤਾਨ ਲਾਹੌਰ ਜ਼ਿਲ੍ਹੇ ਦਾ ਸੀ। ਜ਼ਿਲ੍ਹਾ ਲਾਹੌਰ, ਪਿੰਡ ਈਚੋ ਗਿੱਲ। 1915 ਈਸਵੀ ਦੇ ਵਿੱਚ ਪਿਤਾ ਬਾਬਾ ਬਹਾਦਰ ਸਿੰਘ ਜੀ ਤੇ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਜਦ 1947 ਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਹੈ ਤਾਂ ਮਖੂ ਦੇ ਨਜ਼ਦੀਕ ਪਿੰਡ ਸੱਦਰਵਾਲਾ, ਉੱਥੇ ਬਾਬਾ ਜੀ ਨੂੰ ਜ਼ਮੀਨ ਮਿਲੀ। ਇਹ 2 ਭੈਣਾਂ ਸਨ ਇਹਨਾਂ ਦੀਆਂ, ਇੱਕ ਥਾਂਦੇ ਵਿਆਹੀ ਹੈ, ਇੱਕ ਖਿਆਲੇ ਵਿਆਹੀ ਹੈ। ਖਿਆਲੇ ਵਾਲੀ ਭੈਣ ਜੀ ਦੇ ਘਰ ਸੋ ਮਹਾਂਪੁਰਖ ਤਰਨਾ ਦਲ ਦੇ ਮੁਖੀ ਜੋ ਬਾਬਾ ਜੀ ਫਰਲੇ ਵਾਲੇ ਨਿਹੰਗ ਸਿੰਘ ਉੱਥੇ ਦਲ ਪੰਥ ਚਲਾਉਂਦੇ ਨੇ। ਤੇ 2 ਇਹਨਾਂ ਦੇ ਹੋਰ ਭਰਾ ਸੀਗੇ। ਆਪ ਮਹਾਂਪੁਰਖ ਸ਼ੁਰੂ ਤੋਂ ਹੀ ਪਿਆਰ ਤੇ ਵੈਰਾਗ ਦਾ ਸਰੂਪ ਸੀਗੇ। ਮੈਨੂੰ ਦੱਸਿਆ ਕਰਦੇ, ਕਹਿੰਦੇ ਗਿਆਨੀ ਜੀ ਤੁਸੀਂ ਗੁਰਦੁਆਰੇ ਰਹਿੰਦੇ ਹੋ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਿਯਮ ਹੈ ਕਿ ਵੰਡ ਕੇ ਖਾਓ। ਕਹਿੰਦੇ ਵੰਡ ਖਾਏ, ਖੰਡ ਖਾਏ, ਅੱਡ ਖਾਏ ਤੇ ਹੱਡ ਖਾਏ, ਇਹ ਉਹਨੂੰ ਬਚਨ ਕਰਿਆ ਕਰਦੇ। ਕਹਿੰਦੇ ਜਦ ਅਸੀਂ ਮੱਝਾਂ ਚਾਰਨ ਜਾਂਦੇ ਤਾਂ ਸਾਰੇ ਰਲ ਮਿਲ ਬੈਠ ਕੇ ਇੱਕ ਦੂਜੇ ਨਾਲ ਵੰਡ ਕੇ ਲੰਗਰ ਭੋਜਨ ਪ੍ਰਸ਼ਾਦ ਛਕਦੇ ਸੀ। ਮੱਝਾਂ ਚਾਰਦੇ ਹੋਏ ਵੀ ਨਾਲ ਦਿਆਂ ਨੂੰ ਕਹਿਣਾ ਮੇਰੀਆਂ ਮੱਝਾਂ ਦਾ ਖਿਆਲ ਰੱਖਿਓ, ਉਹਨਾਂ ਵੀ ਕਹਿਣਾ ਕੋਈ ਨਹੀਂ ਬਾਬਾ ਜੀ। ਬਾਬਾ ਜੀ ਨੇ ਆਪਦੀ ਮੌਜ ਵਿੱਚ ਗੁਟਕਾ ਸਾਹਿਬ ਪ੍ਰਕਾਸ਼ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਰਹਿਣਾ। ਕਿਸੇ ਮਹਾਂਪੁਰਖ ਦੀ ਤਲਾਸ਼ ਦੇ ਵਿੱਚ ਜੋ ਭਾਈ ਕੇਰ ਸਿੰਘ ਦੇ ਨਾਲ ਮਿਲਾਪ ਹੋਇਆ, ਉਹਨਾਂ ਨੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਦੱਸ ਪਾਈ। ਸੋ ਭਿੰਡਰੀ ਨਗਰ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਸਾਹਿਬ ਜੀ ਦੇ ਕੋਲ 1945 ਈਸਵੀ ਦੇ ਵਿੱਚ ਬਾਬਾ ਠਾਕੁਰ ਸਿੰਘ ਜੀ 30 ਸਾਲ ਦੀ ਉਮਰ ਦੇ ਵਿੱਚ ਹਾਜ਼ਰ ਹੋਏ। ਔਰ ਲਗਾਤਾਰ 2.5 ਸਾਲ ਭਿੰਡਰੀ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਸਾਹਿਬ ਜੀ ਵਿਖੇ ਰਹਿ ਕੇ ਗੁਰੂ ਘਰ ਦੀ ਸੇਵਾ ਕੀਤੀ, ਲੰਗਰ ਦੀ ਸੇਵਾ ਕੀਤੀ। ਫਿਰ ਮਹਾਂਪੁਰਖਾਂ ਦੇ ਗੜਵਈ ਵਜੋਂ ਲਗਾਤਾਰ 22 ਸਾਲ, ਮੂੰਹ ਨਾਲ ਕਹਿ ਲੈਣੇ ਸੌਖੇ ਨੇ। ਮੈਂ ਤਾਂ ਮਹਿਸੂਸ ਕੀਤਾ ਹੈ ਇੱਥੇ 5 ਮਿੰਟ ਖੜ੍ਹ ਕੇ ਦਿਖਾਓ। ਗੁਰਦੁਆਰਾ ਸਾਹਿਬ 5 ਮਿੰਟ ਖੜ੍ਹਨਾ ਔਖਾ ਹੈ, ਉਮਰ ਭਰ ਨਿਭਾਉਣੀ ਕਿੰਨੀ ਔਖੀ ਹੈ। ਤੁਹਾਨੂੰ ਮਹਾਂਪੁਰਖ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਮੁਤਾਬਕ ਮਾਰੂ ਮਹੱਲਾ 5ਵਾਂ, ਉਹ ਜਿਹੜਾ ਸ਼ਬਦ ਹੈ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ।
ਸਾਰੀ ਉਮਰ ਹੀ ਆਪ ਦੀ ਪ੍ਰੀਤੀ ਗੁਰੂ ਘਰ ਨਾਲ ਨਿਭਾਈ। ਲਗਾਤਾਰ 22 ਸਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਗੜਵਾਈ ਰੂਪ 'ਚ ਸੇਵਾ ਕੀਤੀ, ਜਿਹੜੀ ਬੜੀ ਕਠਿਨ ਸੀ। ਸਾਡੇ ਨਾਲ ਬਚਨ ਕਰਿਆ ਕਰਦੇ, ਕਹਿੰਦੇ ਵੀ ਮੇਰੀ ਤਾਂ ਸੇਵਾ ਕੁਛ ਵੀ ਨਹੀਂ। ਇੱਕ ਕਰਮ ਸਿੰਘ ਕਹਿੰਦੇ ਗੜਵਾਈ ਹੁੰਦੇ ਸੀ, ਉਹਦੀ ਸੇਵਾ ਮੇਰੇ ਤੋਂ ਬੜੀ ਜ਼ਿਆਦਾ ਸੀਗੀ, ਪਰ ਉਹ ਸਫਲਤਾ ਕਿਉਂ ਨਹੀਂ ਪ੍ਰਾਪਤ ਕਰ ਸਕਿਆ? ਕਿਉਂਕਿ ਉਹਦੇ ਵਿੱਚ ਮਾਣ ਸੀਗਾ, ਹੰਕਾਰ ਸੀਗਾ। ਉਹ ਕਰਮ ਸਿੰਘ ਲੜ ਕੇ ਸੰਤਾਂ ਦੇ ਨਾਲ ਸੱਤੂ ਵਾਲੀ ਗਲੀ ਵਾਲੇ ਮਹਾਂਪੁਰਖਾਂ ਦੇ ਕੋਲ ਅੰਮ੍ਰਿਤਸਰ ਆ ਗਿਆ ਸੀਗਾ। ਮਹਾਂਪੁਰਖਾਂ ਕੋਲ ਜੋ ਕਥਾ ਦੀਆਂ ਕਾਪੀਆਂ ਉਹਨੇ ਲਿਖੀਆਂ ਸੀਗੀਆਂ, ਉਹ ਇੱਥੇ ਸੱਤੂ ਵਾਲੀ ਗਲੀ ਲੈਣ ਦੀਆਂ, ਉਹਦੇ ਤੋਂ ਹੀ ਅਮੀਰ ਭੰਡਾਰ ਸਟੀਕ ਤਿਆਰ ਹੋਇਆ ਸੀਗਾ। ਸੰਤਾਂ ਦੇ ਨਾਲ ਕਿਸੇ ਗੱਲ ਤੋਂ ਨਾਰਾਜ਼ਗੀ ਹੋ ਗਈ, ਕਹਿੰਦੇ ਮੇਰੀ ਤਾਂ ਸੇਵਾ ਕੁਛ ਵੀ ਨਹੀਂ। ਸੋ ਇਹਨਾਂ ਦੀ ਨਿਮਰਤਾ ਨੂੰ ਫਲ ਲੱਗਾ। ਬਾਬਾ ਜੀ ਸੰਤ ਗੁਰਬਚਨ ਸਿੰਘ ਜੀ ਜਦ ਸੱਚਖੰਡ ਜਾਣ ਲੱਗੇ, ਕਹਿੰਦੇ ਚੱਲ ਠਾਕਰ ਸਿਆਂ ਆਪਾਂ ਚੱਲੀਏ। ਕਹਿੰਦੇ ਨਹੀਂ ਬਾਬਾ ਜੀ, ਵੀ ਮੇਰੀ ਤਾਂ ਜੇ ਤਮੰਨਾ ਹੀ ਪੂਰੀ ਨਹੀਂ ਹੋਈ, ਮੈਂ ਤਾਂ ਜੇ ਹੋਰ ਸਿੰਘਾਂ ਦੀ ਸੇਵਾ ਕਰਨੀ ਆ। ਕਹਿੰਦੇ ਚੰਗਾ, ਫਿਰ ਤੇਰੀ ਮਰਜ਼ੀ ਆ, ਜਦੋਂ ਤੇਰਾ ਜੀ ਕਰੂ ਉਦੋਂ ਤੂੰ ਆ ਜਾਈਂ। ਇੰਨੀ ਬਖਸ਼ਿਸ਼ ਸੀਗੀ। ਸੋ ਮਹਾਂਪੁਰਖ ਚੜ੍ਹਾਈ ਕਰ ਗਏ ਅਤੇ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ ਬਣੇ। 8 ਸਾਲ ਉਹਨਾਂ ਦੇ ਨਾਲ ਰਹਿ ਕੇ ਸੇਵਾ ਕੀਤੀ। ਐਮਰਜੈਂਸੀ ਦੇ ਮੌਕੇ ਸੰਤਾਂ ਨੇ ਐਲਾਨ ਕਰ ਦਿੱਤਾ ਸੀਗਾ, ਬੀੜ ਬਾਬਾ ਬੁੱਢਾ ਸਾਹਿਬ, ਕਿ ਜੇ ਗੌਰਮੈਂਟ ਮੈਨੂੰ ਹੱਥ ਪਾਉਂਦੀ ਹੈ ਅਤੇ ਠਾਕੁਰ ਸਿੰਘ ਬਾਬਾ ਜੀ ਮਹਿਤੇ ਦੇ ਜ਼ਿੰਮੇਵਾਰ ਹੋਣਗੇ, ਜਥੇਦਾਰ ਹੋਣਗੇ। ਉਹ ਨਾਲ ਦਿਆਂ ਦੇ ਨਾਲ ਮਿਲ ਕੇ ਅਤੇ ਸਾਰਾ ਗੁਰਦੁਆਰੇ ਦਾ ਪ੍ਰਬੰਧ ਚਲਾਉਣਗੇ, ਮੈਨੂੰ ਕੋਈ ਪਰਵਾਹ ਨਹੀਂ। 8 ਸਾਲ ਸੰਤ ਕਰਤਾਰ ਸਿੰਘ ਨਾਲ ਸੇਵਾ ਕੀਤੀ। ਅਤੇ ਉਹਦੇ ਤੋਂ ਬਾਅਦ ਜਦ ਸੰਤ ਕਰਤਾਰ ਸਿੰਘ ਸਾਹਿਬ ਜੀ ਚੜ੍ਹਾਈ ਕਰ ਗਏ, ਲਗਾਤਾਰ 6 ਸਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਰਹਿ ਕੇ ਸੇਵਾ ਨਿਭਾਉਂਦੇ ਰਹੇ। ਔਰ ਜਦ ਨਾਨਕ ਨਿਵਾਸ ਦੇ ਵਿੱਚ ਪੱਕਾ ਨਿਵਾਸ ਕਰ ਲਿਆ ਸੰਤਾਂ ਨੇ, ਅਤੇ ਬਾਬਾ ਜੀ ਕਈ ਵਾਰ ਮਿਲਣ ਜਾਂਦੇ, ਸੰਤ ਉੱਠ ਕੇ ਖੜ੍ਹੇ ਹੋ ਜਾਂਦੇ, ਕਹਿਣਾ ਵੀ ਇਹ ਜਿਉਂਦਾ ਜਾਗਦਾ ਰੱਬ ਜੇ ਤੁਸੀਂ ਵੇਖਣਾ ਸਿੰਘੋ, ਇਹ ਬਾਬਾ ਜੀ ਹਨ। ਸੋ ਸੰਤ ਜਰਨੈਲ ਸਿੰਘ ਦੀ ਚੋਣ ਬਾਬਾ ਜੀ ਨੇ ਕੀਤੀ ਸੀਗੀ। ਫਿਰ ਸੰਤ ਜਰਨੈਲ ਸਿੰਘ ਨੇ ਵੀ ਕੈਸਟ ਦੇ ਵਿੱਚ ਭਰਿਆ ਕਿ ਜੋ ਸਮੇਂ ਦੀ ਹਨੇਰੀ ਚੱਲਦੀ ਹੈ ਜਾਂ ਪ੍ਰਾਰਬਧ ਮੁਤਾਬਕ ਕੋਈ ਸਮੇਂ ਦਾ ਹੇਰ ਫੇਰ ਹੁੰਦਾ, ਮੈਨੂੰ ਕੁਛ ਵੀ ਹੋ ਜਾਂਦਾ ਹੈ, ਤਾਂ ਬਾਬਾ ਠਾਕੁਰ ਸਿੰਘ ਸਾਹਿਬ ਜੀ ਜਥੇ ਦੇ ਮੁਖੀ ਹੋਣਗੇ। ਹੋਰ ਜਿੰਨੇ ਮਰਜ਼ੀ ਸਿੰਘ ਜਥੇ ਬਣਾ ਲੈਣ, ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੂਗੀ। ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਨਾਲ ਮਿਲ ਕੇ ਰਹੋਗੇ ਤਾਂ ਚੜ੍ਹਦੀ ਕਲਾ ਰਹੂਗੀ। ਇਹ ਸੰਤ ਜਰਨੈਲ ਸਿੰਘ ਨੇ ਐਲਾਨ ਕੀਤਾ ਸੀਗਾ। ਫਿਰ ਸੰਤ ਜਰਨੈਲ ਸਿੰਘ ਤੋਂ ਬਾਅਦ ਲਗਾਤਾਰ 25 ਸਾਲ ਸਾਡੇ ਵਰਗੇ ਛੋਟੇ ਛੋਟੇ ਪਚੰਗੀਆਂ ਨੂੰ ਨਾਲ ਲੈ ਕੇ ਮਹਾਂਪੁਰਖ 90 ਸਾਲ ਦੀ ਬਜ਼ੁਰਗ ਅਵਸਥਾ ਬੰਬੇ, ਕਲਕੱਤੇ, ਕਿੱਥੇ ਕਨੇਡਾ, ਅਮਰੀਕਾ, ਇੰਗਲੈਂਡ ਆਪਾਂ ਨਾਲ ਘੁੰਮਦੇ ਰਹੇ। ਅਤੇ ਜਦ ਮੈਨੂੰ ਟਾਈਮ ਦੇਣਾ ਅਤੇ ਬਾਬਾ ਜੀ ਨੇ ਕਹਿਣਾ ਵੀ ਇਹਨਾਂ ਨੂੰ ਦੱਸ ਵੀ ਅਸੀਂ ਫਲਾਣੀ ਜਗ੍ਹਾ ਤੋਂ ਆਏ ਹਾਂ ਅਤੇ ਰਾਤ ਦੇ ਕਦੋਂ ਦੇ ਚੱਲੇ ਹੋਏ ਆ। ਮਤਲਬ ਕੋਈ ਇਹ ਨਾ ਸਮਝੇ ਵੀ ਬੁੱਢਾ ਬਾਬਾ ਇਹ ਟਕਸਾਲ ਸਾਂਭ ਨਹੀਂ ਸਕਦਾ। ਅੰਤਮ ਸਵਾਸਾਂ ਤੱਕ ਉਹਨਾਂ ਪੂਰੀ ਜ਼ਿੰਮੇਵਾਰੀ ਨਿਭਾਈ। ਔਰ ਉਹਨਾਂ ਦਾ ਇੰਨਾ ਜ਼ਬਰਦਸਤ ਦਬਕਾ ਸੀਗਾ ਵੀ ਬੰਦੇ ਦਾ ਮੂਤ ਕੱਢ ਦਿੰਦੇ ਸੀ। ਮਾਫ਼ ਕਰਨਾ, ਮਹਾਰਾਜ ਦੀ ਹਜ਼ੂਰੀ ਹੈ, ਬੰਗੇ ਦਾ ਕੱਢਿਆ ਸੀਗਾ, ਮੈਂ ਆਪਦੀਆਂ ਅੱਖਾਂ ਨਾਲ ਵੇਖਿਆ। SSP ਬੰਗਾ ਮੇਰੇ ਸਾਹਮਣੇ ਗੇਟ 'ਤੇ ਆਇਆ, ਉਹਨੂੰ ਭੁਲੇਖਾ ਪੈ ਗਿਆ। ਘੇਰਾ ਉਦੋਂ ਪਾਉਂਦੇ ਸੀ ਜਦੋਂ ਬਾਬਾ ਜੀ ਬਾਹਰ ਚਲ ਜਾਂਦੇ। ਉਹ ਬੱਸ ਤਾਂ ਲਾਡੀ ਲੈ ਕੇ ਗਿਆ ਕੰਮ ਕਰਾਉਣ ਲਈ ਚੌਂਕ 'ਚ, ਉਹਨੇ ਸਮਝਿਆ ਵੀ ਬਾਬਾ ਜੀ ਨਿਕਲ ਗਏ। ਉਹ ਸਾਡੇ ਵਰਗਿਆਂ ਨੂੰ ਘੇਰ ਲੈਂਦੇ, ਅਤੇ ਜਿਹੜੇ ਨਿਰਦੋਸ਼, ਹੁਣ ਸਿੰਘ ਕੋਈ ਵੀ ਆ ਗਿਆ, ਹੁਣ ਰੋਟੀ ਪਾਣੀ ਤਾਂ ਖਵਾਉਣਾ ਪਊਗਾ। ਸਾਨੂੰ ਤਾਂ ਦਾੜੀ ਨਹੀਂ ਸੀ ਆਈ, ਆਪਾਂ ਤਾਂ ਮਾਰ ਕੇ ਛਾਲ, ਆਪਾਂ ਤਾਂ ਵਾਜਾ ਸਿੱਖਦੇ ਹਾਂ ਜੀ। ਜਿਹੜੇ ਦਾੜੀ ਵਾਲੇ ਸਨ ਉਹਨਾਂ ਨੂੰ ਚੁੱਕ ਕੇ ਲੈ ਜਾਣਾ, ਐਵੇਂ ਹੀ ਸਿੰਘਾਂ ਨੂੰ ਕੁੱਟੀ ਜਾਣਾ। ਬਾਬਾ ਕਹਿੰਦੇ ਹਾਂ ਓਏ ਦੱਸ ਕਾਹਤੋਂ ਆਇਆ? ਕਹਿੰਦਾ ਤਲਾਸ਼ੀ ਲੈਣੀ। ਬਾਬਾ ਜੀ ਕਹਿੰਦੇ ਇੱਥੇ ਤੋਪਾਂ ਬੀੜੀਆਂ ਗੰਨਾਂ ਰੱਖੀਆਂ ਸੀ, ਕੀ ਤੂੰ ਚਾਹੁੰਦਾ? ਮਾਰੀਆਂ ਚਾਬੀਆਂ ਵਗਾ ਕੇ ਉਹਦੇ ਪੈਰੇ, ਕਹਿੰਦੇ ਲੈ ਫੜ ਚਾਬੀਆਂ, ਚੱਲ ਮੈਨੂੰ ਨਾਲ ਲੈ ਜਾ। ਇਹ ਛੋਟੇ ਛੋਟੇ ਬੱਚੇ, ਤੂੰ ਬਾਣੀ ਨਹੀਂ ਪੜ੍ਹਨ ਦਿੰਦਾ ਓਏ? ਕੀ ਸਾਨੂੰ ਬੰਦੂਕਾਂ ਫੜਾਉਣੀਆਂ ਤੁਸੀਂ? ਸੁੱਖ ਨਾਲ ਰਹਿਣ ਨਹੀਂ ਦਿੰਦੇ। ਇੰਨਾ ਦਬਕਾ ਮਾਰਿਓ ਕੰਬੀ ਜਾਏ, ਹੱਥ ਜੋੜੇ। ਕਹਿੰਦੇ ਬਾਬਾ ਜੀ ਅਸੀਂ ਕੀ ਕਰੀਏ, ਸਾਨੂੰ ਉੱਪਰੋਂ ਫੋਨ ਆਉਂਦਾ। ਕਹਿੰਦੇ ਦੌੜ ਜਾ ਇੱਥੋਂ,
ਤਲਾਸ਼ੀ ਲੈਣੀ। ਉਹ ਚਲਾ ਗਿਆ ਜੀ। ਅਗਲੇ ਦੇ ਨੰਗੇ ਪੈਰੀ ਚਿੱਟੇ ਕੱਪੜੇ ਪਾ ਕੇ ਕੱਲਾ ਮਰੂਤੀ ਕਾਰ ਤੇ, ਛੋਟੀ ਜੀ ਕਾਰ ਤੇ ਉੱਥੇ ਗੇਟ ਲਾਗੇ ਕਾਰ ਖਿਲਾਰੀ, ਉੱਪਰ ਹੱਥ ਜੋੜ ਕੇ ਮਾਫੀਆ ਮੰਗੀ ਜਾਏ। ਕਹਿੰਦੇ ਬਾਬਾ ਜੀ ਮਾਫ ਕਰੋ। ਇੰਨਾ ਦਬਕਾ ਕਾਇਮ ਸੀਗਾ। ਔਰ ਰੂਹਾਨੀਅਤ ਵੀ ਇੰਨੀ ਸੀਗੀ, ਅੰਤਰਜਾਮਤਾ, ਸ਼ਕਤੀ, ਰਿਧੀਆਂ ਸਿੱਧੀਆਂ। ਜੋਗਿੰਦਰ ਸਿੰਘ ਹਰਚੋ ਵਾਲੀਆ ਪਠਾਨਕੋਟ ਜੇਲ੍ਹ 'ਚ ਬੰਦ, ਉਹਨੇ ਅਰਦਾਸ ਕੀਤੀ ਬਾਬਾ ਦੀਪ ਸਿੰਘ ਦੀ ਫੋਟੋ ਅੱਗੇ ਵੀ ਮੇਰੇ 'ਤੇ ਕਿਰਪਾ ਕਰੋ, 1 ਸਾਲ ਮੈਨੂੰ ਹੋਰ ਮਿਲ ਜਾਏ। ਖਾੜਕੂ ਸੀਗਾ। ਹਨੇਰੀ ਆਈ, ਜੇਲ੍ਹ ਦਾ ਦਰਵਾਜ਼ਾ ਖੁੱਲ੍ਹ ਗਿਆ। ਬਾਹਰ ਨਿਕਲ ਕੇ ਵੇਖਿਆ ਪਹਿਰੇਦਾਰ ਸੁੱਤੇ ਪਏ, ਕੋਈ ਤਾਸ਼ ਖੇਡ ਰਿਹਾ ਸ਼ਰਾਬਾਂ ਪੀ ਕੇ। ਉਹਦਾ ਸਰੀਰ ਇੰਨਾ ਭੰਨਿਆ ਸੀ ਪੁਲਿਸ ਨੇ। ਤੇ ਹੁਣ ਨਿਕਲੇ ਕਿੱਧਰੋਂ? ਹਵਾ ਆਈ, ਬੁੱਲੇ ਨੇ ਉਹ ਕੱਖ ਕਣ ਪੱਤਾ ਮਾਰਿਆ ਚੁੱਕ ਕੇ ਕੰਧ ਤੋਂ ਉੱਪਰ। ਉਹਨੂੰ ਮਹਿਸੂਸ ਹੋਇਆ, ਕਹਿੰਦੇ ਪਤਾ ਨਹੀਂ ਸਰੀਰ 'ਚ ਕਿੰਨਾ ਕੁ ਬਲ ਆਇਆ। ਮੈਂ ਭੱਜ ਕੇ ਕਹਿੰਦੇ ਕੰਧ ਟੱਪੀ ਤੇ ਜਿਉਂ ਦੌੜਿਆ। ਬਾਬਾ ਜੀ ਗੇਟ ਦੇ ਖੜੇ, ਮੈਨੂੰ ਬਾਂਹ ਤੋਂ ਫੜ ਕੇ ਉੱਪਰ ਲੈ ਗਏ, ਜਲ ਪਾਣੀ ਛਕਾਇਆ। ਕਹਿੰਦੇ ਬਾਬਾ ਜੀ ਬੜੀ ਕਿਰਪਾ ਕੀਤੀ ਹੈ। ਤੇ ਬਾਬੇ ਕਹਿੰਦੇ ਮੈਂ ਤੈਨੂੰ ਉਡੀਕ ਰਿਹਾ ਸੀਗਾ, ਕੋਈ ਗੱਲ ਨਹੀਂ, ਸ਼ੇਰ ਬਣੋ, ਚੜ੍ਹਦੀ ਕਲਾ 'ਚ ਰਹੋ। ਇੰਨੀ ਕਮਾਲ ਦੀ ਰੂਹਾਨੀਅਤ ਸੀ ਮਹਾਂਪੁਰਖਾਂ ਦੇ ਵਿੱਚ। ਅਨੇਕਾਂ ਹੋਰ ਵੀ ਘਟਨਾਵਾਂ ਨੇ। ਔਰ ਉਹਨਾਂ ਨੇ ਜਥੇ ਨੂੰ ਇੰਨਾ ਜਥੇਬੰਦ ਰੱਖਿਆ, ਮੈਜੋਰਟੀ 'ਚ ਰੱਖਿਆ। ਅੱਜ ਅਸੀਂ ਸਾਰੇ ਵੱਖੋ ਵੱਖਰੇ ਤੁਰੇ ਫਿਰਦੇ ਹਾਂ। ਮੈਂ ਯਾਦ ਕਰਦਾ ਵੀ ਜੇ ਬਾਬਾ ਜੀ ਹੁੰਦੇ ਸਾਰਿਆਂ ਨੂੰ ਇੱਕ ਬੁੱਕਲ ਦੇ ਵਿੱਚ, ਜਿੰਨੇ ਖਾੜਕੂ ਜਥੇਬੰਦੀਆਂ, ਜਿੰਨੇ ਸਿੰਘ, ਸਭ ਮਹਾਂਪੁਰਖਾਂ ਦੀ ਛਤਰ ਛਾਇਆ ਹੇਠ। ਬਲਵਿੰਦਰ ਸਿੰਘ ਰੰਗੀਲਾ ਕਹਿੰਦਾ ਬਾਬਾ ਜੀ ਮੈਨੂੰ ਖਾੜਕੂਆਂ ਮਾਰ ਦੇਣਾ। ਰਾਤ ਦੇ 10 ਵਜੇ ਆਇਆ, ਮੇਰੇ ਸਾਹਮਣੇ ਦੀ ਗੱਲ ਹੈ। ਬਾਬਾ ਕਹਿੰਦੇ ਤੈਨੂੰ ਕਿਉਂ ਮਾਰ ਦੇਣਾ? ਕਹਿੰਦੇ ਜੀ ਕੁਰਸੀਆਂ ਵਾਲੇ ਗੁਰਦੁਆਰੇ ਮੈਂ ਕੀਰਤਨ ਕਰਨ ਚਲਾ ਗਿਆ। ਬਾਬਾ ਕਹਿੰਦੇ ਕਿਹੜਾ ਤੇਰੇ ਮਗਰ ਪਿਆ ਹੋਏ, ਮੈਨੂੰ ਦੱਸ। ਬਾਬੇ ਕਹਿੰਦੇ ਤੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਤੂੰ ਇੰਨੇ ਮਹਾਨ ਪੰਥ ਦੇ ਤੁਸੀਂ ਰਾਗੀ ਕੀਰਤਨ ਕਰਦੇ। ਕੁਛ ਨਹੀਂ ਹੁੰਦਾ, ਚੜ੍ਹਦੀ ਕਲਾ 'ਚ ਰਹੋ। ਉਹਨੂੰ ਸਰੂਪਾ ਦਿੱਤਾ। ਔਰ ਇੰਨਾ ਦਬਦਬਾ ਸੀਗਾ ਸਿੰਘਾਂ ਦੇ ਵਿੱਚ, ਕੋਈ ਵੀ ਬਚਨ ਕਰ ਦੇਣਾ ਅਸੀਂ ਸਾਰੇ ਥਰ ਥਰ ਕੰਬਦੇ ਹੁੰਦੇ ਸੀਗੇ। ਉਹਨਾਂ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਪਦੇਸ਼ 'ਤੇ ਪਹਿਰਾ ਦਿੱਤਾ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਨਾ ਡਰੋਂ ਅਰਸੋਂ ਜਬ ਜਾਏ ਲਰੋਂ। ਸੰਤ ਜਰਨੈਲ ਸਿੰਘ ਦਾ ਤਰੀਕਾ ਆਪਣਾ ਸੀਗਾ, ਬਾਬਾ ਜੀ ਦਾ ਆਪਣਾ ਤਰੀਕਾ ਸੀਗਾ। ਬੇਅੰਤ ਸਿੰਘ ਨੂੰ ਥਾਪੜਾ ਦੇਣ ਵਾਲੇ ਬਾਬਾ ਜੀ ਸੀਗੇ। ਉਹ ਤੋਂ ਬਾਅਦ ਉਹਦੇ ਪਰਿਵਾਰ ਦਾ ਖਿਆਲ ਰੱਖਿਆ। ਪ੍ਰੈਸ ਕਾਨਫਰੰਸ ਉਹਦੇ ਬੱਚਿਆਂ ਨੇ ਮੰਨਿਆ ਵੀ ਬਾਬਾ ਜੀ ਨੇ ਸਾਡੀ ਹਰੇਕ ਗੱਲ ਨੂੰ ਸੁਣਿਆ। ਬਾਬਿਆਂ ਦਾ ਥਾਪੜਾ ਲੈ ਕੇ ਇੰਦਰਾ ਗਾਂਧੀ ਪਰਿਵਾਰ ਕੀਤਾ ਉਹਨਾਂ ਨੇ। ਸੂਰਮੇ ਸੀਗੇ। ਨਾ ਡਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਅਰ ਸਿੱਖੋਂ ਆਪਣਾ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤੋ ਚਰੋਂ। ਜਬ ਆਪ ਕੀ ਔਧ ਨਿਦਾਨ ਬਣ, ਅਤ ਹੀ ਰਨ ਮੈਂ ਤਬ ਜੂਝ ਮੋਰੋ। ਸੋ ਕਲਗੀਧਰ ਦਾ ਉਪਦੇਸ਼, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹ ਦਮਦਮੀ ਟਕਸਾਲ ਦਾ ਮਿਸ਼ਨ ਹੈ। ਅੱਜ ਅੰਮ੍ਰਿਤ ਸੰਚਾਰ ਹੈ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਸਾਹਿਬ ਦੀ ਕਿਰਪਾ ਹੋਵੇ। ਧੰਨਵਾਦੀ ਹਾਂ ਜੀ ਸਮੂਹ ਸੰਗਤਾਂ ਪ੍ਰਬੰਧਕਾਂ ਦੇ, ਜਿਨ੍ਹਾਂ ਸਮਾਂ ਦੇ ਕੇ ਨਵਾਜਿਆ। ਫਤਿਹ ਬੁਲਾਓ, ਭੁੱਲਾਂ ਚੁੱਕਾ ਖਿਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। बोले